गुरु जी की साजी नवाजी गुरु रूप गुरु प्यारी साध संगत जी, वाहिगुरु जी का खालसा वाहिगुरु जी की फतेह। सतगुरु गुरबाणी गुरु विच जो आपां नूं दे रहे, जो उपदेश बख्शिश कर रहे, जदों इस संसार दे विच आपां आउंदे हां, साडा मन इधर आउंदा है, इस लोक दे विच इत्थे आके अपना जिहड़ा पिछोकड़ है वो भुल जांदा है। जिवें आपां संसार च देखदे हां, कईयां जीवां दी अपनी जिहड़ी याददाश्त है वो किसी हादसे कारण चली जाती है। जदों उन्हां दी याददाश्त चली जाती है, फिर उन्हां नूं दवाई दित्ती जाती ते नाल नाल उन्हां दा जिहड़ा पिछोकड़ जो करदे रहे, पहलां जिन्हां जिन्हां नूं मिलदे रहे, फिर उन्हां नूं नाल नाल उन्हां दियां वो पिछोकड़ चेते कराया जाता, वो दस्सिया जाता उन्हां नूं भी, ताकि उन्हां दी याददाश्त जिहड़ी वो वापस आ जाए। इसे तरह ही हुण जदों असी इस लोक च आके साडा मन, साडी जिहड़ी याददाश्त सी वो चली गई, सानू नहीं पता असी कित्थों आए हैं, किहने सानू भेजिया, की करन वास्ते आए हैं। वो असी पिछोकड़ जिहड़ा अपना सारा ही भुल गए। जदों फिर आपां हुण सत संगत दे विच आउंदे हां, गुरमुख जन संत साधु जन फिर आपां नूं अपना जिहड़ा पिछोकड़ है वो चेते कराउंदे ने, ते नाल नाल आपां नूं सिमरन अभ्यास कराउंदे। जिउं-जिउं आपां सिमरन करदे हां, नाल नाल सानूं साडा पिछोकड़ चेते कराई जांदे, ते फिर साडे मन की थोड़ी थोड़ी जिहड़ी याददाश्त वो वापस आउणी शुरू होंदी है। ज्यों-ज्यों साडी याददाश्त वापस आएगी, फिर सानूं पता लगता है बई असी इस लोक दे रहण वाले नहीं,
ਆਪਾਂ ਰਹਿਣ ਵਾਲੇ ਹਾਂ ਸਾਰੇ ਹੀ ਪਰਲੋਕ ਦੇ, ਜਿਸ ਨੂੰ ਗੁਰਬਾਣੀ 'ਚ ਨਿਰਭਉ ਨਗਰ, ਅਬਚਲ ਨਗਰ, ਬੇਗਮਪੁਰੀ ਸ਼ਹਿਰ ਦਾ ਨਾਂ ਦਿੱਤਾ ਹੈ। ਇਸ ਲੋਕ ਦੇ ਵਿੱਚ ਆਪਾਂ ਕੁਝ ਸਮੇਂ ਵਾਸਤੇ ਆਉਂਦੇ। ਸਮਾਂ ਇਹ ਜਿਹੜਾ ਸਾਡਾ ਉਹ ਗਿਣਤੀ ਦਾ ਸਵਾਸਾਂ ਦਾ ਧਨ, ਅਸੀਂ ਸਦਾ ਇੱਥੇ ਰਹਿ ਨਹੀਂ ਸਕਦੇ। ਰੋਜ਼ ਦੀ ਰੋਜ਼ ਦਾ ਖੇਲ ਹੈ, ਸਵੇਰੇ ਆਉਂਦੇ ਹਾਂ ਅਤੇ ਰਾਤ ਨੂੰ ਇੱਥੋਂ ਵਾਪਸ ਅਸੀਂ ਆਪਦੇ ਦੇਸ਼ ਨੂੰ ਫਿਰ ਪਰਤਣਾ ਹੁੰਦਾ, ਫਿਰ ਮੁੜਨਾ ਹੁੰਦਾ। ਸੋ ਇਹ ਰੋਜ਼ ਦੀ ਰੋਜ਼ ਦਾ ਫਿਰ ਖੇਲ ਹੈ, ਇਸ ਲੋਕ 'ਚ ਆਉਣਾ ਅਤੇ ਇੱਥੋਂ ਵਾਪਸ ਜਾਣਾ। ਪਰ ਜਦੋਂ ਸਾਡੀ ਯਾਦਾਸ਼ਤ ਚਲੀ ਜਾਂਦੀ ਇੱਥੇ ਆ ਕੇ, ਅਸੀਂ ਆਪਦੇ ਦੇਸ਼ ਨੂੰ ਵੀ ਭੁੱਲ ਗਏ ਅਤੇ ਜਿਹੜਾ ਸਾਡੇ ਦੇਸ਼ ਨੂੰ ਰਸਤਾ ਜਾਂਦਾ ਸੀ ਵਾਪਸ, ਅਸੀਂ ਉਹ ਵੀ ਭੁੱਲ ਗਏ। ਜਿਸ ਵਰਥਾਏ ਮਹਾਰਾਜ ਗੁਰਬਾਣੀ 'ਚ ਫਿਰ ਫਰਮਾਉਂਦੇ, ਪੰਥਾ ਪ੍ਰੇਮ ਨ ਜਾਣੀ ਭੁੱਲੀ ਫਿਰੇ ਗਵਾਰ। ਵੀ ਜਿਹੜਾ ਪੰਥ, ਜਿਹੜਾ ਰਸਤਾ ਸਾਡੇ ਘਰ ਨੂੰ ਜਾਂਦਾ ਸੀ, ਸਾਡੇ ਦੇਸ਼ ਨੂੰ, ਉਹ ਅਸੀਂ ਭੁੱਲ ਗਏ। ਉਹੀਓ ਰਸਤਾ ਫਿਰ ਆਪਾਂ ਨੂੰ ਵਾਰ-ਵਾਰ ਚੇਤੇ ਕਰਾਇਆ ਜਾਂਦਾ, ਵਾਰ-ਵਾਰ ਸਾਨੂੰ ਸਮਝਾਇਆ ਜਾਂਦਾ ਹੈ। ਤਾਈਓ ਫਿਰ ਆਪਾਂ ਨੂੰ ਸਮਝਾਉਂਦੇ ਵੀ ਗੁਰਮੁਖ ਸੰਤ ਜਨ ਆਪਾਂ ਨੂੰ ਫਿਰ ਇਹ ਆਕਾਸ਼ ਕਹਾਣੀ ਸੁਣਾਉਂਦੇ। ਆਕਾਸ਼ ਕਹਾਣੀ ਕਹਿੰਦੇ ਮਿਲਾਪ ਦਾ ਰਸਤਾ, ਵੀ ਕਿਵੇਂ ਅਸੀਂ ਪਰਮਾਤਮਾ ਨਿਰੰਕਾਰ ਤੋਂ ਵਿਛੜੇ ਅਤੇ ਕਿਵੇਂ ਹੁਣ ਅਸੀਂ ਵਾਪਸ ਫਿਰ ਮਿਲਾਪ ਕਰੀਏ। ਇਹ ਵਿਛੋੜੇ ਤੋਂ ਲੈ ਕੇ ਮਿਲਾਪ ਤੱਕ ਦੀ ਜਿਹੜੀ ਕਹਾਣੀ, ਇਸ ਨੂੰ ਅਕਥ ਕਹਾਣੀ, ਅਕਥ ਕਥਾ ਕਿਹਾ ਗਿਆ। ਮਾਰੇ ਫਰਮਾਉਂਦੇ ਆਵੋ ਸੰਤ ਪਿਆਰੀ ਹੋ, ਅਕਥ ਕੀ ਕਰਹਿ ਕਹਾਣੀ। ਕਰਹਿ ਕਹਾਣੀ ਅਕਥ ਕੇਰੀ, ਕਿਤ ਦੁਆਰੀ ਪਾਈਏ। ਬਈ ਉਹਨਾਂ ਸੰਤਾਂ ਨੇ ਸਾਨੂੰ ਦੱਸਣਾ ਬਈ ਅਸੀਂ ਕਿਵੇਂ ਆਪਦੇ ਘਰ ਵਾਪਸ ਜਾ ਸਕਦੇ ਹਾਂ, ਕਿਵੇਂ ਮਾਲਕ ਨੂੰ ਮਿਲ ਸਕਦੇ ਹਾਂ, ਕਿਵੇਂ ਅਸੀਂ ਵਿਛੜੇ ਹਾਂ, ਕਿਵੇਂ ਸਾਡੀ ਯਾਦਾਸ਼ਤ ਗਈ ਹੈ ਅਤੇ ਕਿਵੇਂ ਵਾਪਸ ਦੁਬਾਰਾ ਆਉਣੀ। ਉਹ ਫਿਰ ਆਪਾਂ ਨੂੰ ਸਾਰਾ ਇਹ ਕਥ ਕਹਾਣੀ ਰਾਹੀਂ ਭੇਜ ਦਿੰਦੇ। ਤਾਈਓ ਮਾਰੇ ਸਾਨੂੰ ਫਰਮਾਉਂਦੇ, ਕਹੇ ਨਾਨਕ ਸੁਣੋ ਸੰਤੋ ਕਥਿਓ ਕਥ ਕਹਾਣੀ। ਹੁਣ ਆਪਾਂ ਨੂੰ ਫਿਰ ਦੱਸਦੇ ਵੀ ਸੇਵਾ ਵਾਸਤੇ ਦੋਵੇਂ ਹੀ ਭਲੇ ਨੇ, ਸੰਤ ਵੀ ਅਤੇ ਰਾਮ ਵੀ, ਵਾਹਿਗੁਰੂ ਵੀ। ਸੰਤਾਂ ਦੀ ਸੇਵਾ ਸਿਮਰਨ ਕਰਨਾ ਉਹਨਾਂ ਨੇ ਸਾਨੂੰ ਕਰਾਉਣਾ, ਅਤੇ ਜਦੋਂ ਆਪਾਂ ਕਰਦੇ ਇਹ ਸੰਤਾਂ ਦੀ ਸੇਵਾ, ਇਸ ਲਈ ਮਹਾਰਾਜ ਕਹਿੰਦੇ ਕਬੀਰ ਸੇਵਾ ਕੋ ਦੋਇ ਭਲੇ, ਏਕ ਸੰਤ ਏਕ ਰਾਮ। ਰਾਮ ਜੋ ਦਾਤਾ ਮੁਕਤ ਕੋ, ਸੰਤ ਜਪਾਵੇ ਨਾਮ। ਮਾਲਕ ਨੇ ਸਾਨੂੰ ਜੀਵਨ ਮੁਕਤ ਕਰਨਾ ਅਤੇ ਸੰਤਾਂ ਨੇ ਸਾਨੂੰ ਜਪਾਉਣਾ। ਉਹਨਾਂ ਨੇ ਸਾਨੂੰ ਭੇਜ ਦੇਣਾ ਵੀ ਅਸੀਂ ਕਿਵੇਂ ਜੀਵਨ ਮੁਕਤ ਹੋ ਸਕਦੇ। ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਬਈ ਜਦੋਂ ਆਪਾਂ ਸੰਤਾਂ ਦਾ ਸੰਗ ਕਰਦੇ ਹਾਂ, ਉਹਨਾਂ ਦੀ ਸੇਵਾ ਕਰਦੇ ਹਾਂ, ਫਿਰ ਆਪਾਂ ਇਹ ਭਵ ਸਾਗਰ ਤੋਂ ਪਾਰ ਹੋ ਜਾਂਦੇ। ਸੰਤਾਂ ਦੀ ਸੇਵਾ ਕੀ ਹੈ, ਜਿਹੜਾ ਆਪਾਂ ਹੁਣ ਸਿਮਰਨ ਕਰਦੇ ਹਾਂ, ਇਹ ਸੰਤਾਂ ਦੀ ਸੇਵਾ ਹੁੰਦੀ। ਸੱਜੇ ਪਾਤਸ਼ਾਹ ਫਰਮਾਉਂਦੇ ਸੰਤ ਕੀ ਸੇਵਾ ਨਾਮ ਤੇ ਆਈਏ। ਮਾਲਕ ਦਾ ਸਿਮਰਨ ਕਰਨਾ ਹੀ ਸੰਤਾਂ ਦੀ ਸੇਵਾ। ਜਦੋਂ ਆਪਾਂ ਫਿਰ ਉਹਨਾਂ ਦੀ ਇਹ ਸੇਵਾ ਕਰਦੇ ਹਾਂ, ਉਹਨਾਂ ਦਾ ਇਹ ਵਚਨ ਮੰਨਦੇ ਹਾਂ, ਫਿਰ ਆਪਾਂ ਭਵ ਸਾਗਰ ਤੋਂ ਪਾਰ ਹੋ ਜਾਂਦੇ ਹਾਂ। ਹੁਣ ਕਹਿੰਦੇ ਤਾਂ ਆਪਣੇ ਸਾਰਿਆਂ ਦੇ ਮਨਾਂ ਨੂੰ ਸੰਤ ਨੇ, ਕਿਉਂਕਿ ਅਸੀਂ ਸਾਰੇ ਹੀ ਪਰਮਾਤਮਾ ਦੇ ਬੱਚੇ ਹਾਂ, ਨਿਰੰਕਾਰ ਦੇ ਆਪਣੇ ਮਨ, ਅਤੇ ਸਾਰਿਆਂ ਨੂੰ ਹੀ ਸੰਤ ਕਹਿ ਕੇ ਸੰਬੋਧਨ ਕਰਦੇ। ਮਹਾਰਾਜ ਕਹਿੰਦੇ ਸੰਤੋ ਸਾਗਰ ਪਾਰ ਉਤਰੀਏ, ਜੇ ਕੋ ਬਚਨ ਕਮਾਵੇ ਸੰਤਨ ਕਾ, ਸੋ ਗੁਰ ਪ੍ਰਸਾਦੀ ਤਰੀਏ।
ਆਪਾਂ ਨੂੰ ਕਹਿੰਦੇ ਵੀ ਇਹ ਸੰਤ ਜਨੋਂ ਤੁਸੀਂ ਭਵ ਸਾਗਰ ਤੋਂ ਪਾਰ ਹੋ ਸਕਦੇ ਹੋ ਜੇ ਤੁਸੀਂ ਉਹਨਾਂ ਸੰਤਾਂ ਦਾ ਵਚਨ ਕਮਾਵੋ ਜਿਹੜੇ ਇਸ ਮਾਰਗ ਤੇ ਚੱਲੇ, ਜਿਹੜੇ ਮਾਲਕ ਨੂੰ ਮਿਲ ਚੁੱਕੇ। ਜਦੋਂ ਆਪਾਂ ਉਹਨਾਂ ਦਾ ਵਚਨ ਕਮਾਉਂਦੇ ਹਾਂ, ਮੰਨਦੇ, ਤੇ ਫਿਰ ਆਪਾਂ ਆਪਦੇ ਜੀਵਨ ਦਾ ਜੋ ਲਾਹਾ ਹੈ ਉਹ ਆਪਾਂ ਲਾਹਾ ਪ੍ਰਾਪਤ ਕਰਦੇ ਹਾਂ। ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਜੋ ਸਾਨੂੰ ਗੁਰਬਾਣੀ ਗੁਰੂ ਕਹਿ ਰਹੇ ਇਹ ਬਚਨ ਨੇ ਗੁਰੂ ਸਾਹਿਬਾਨਾਂ ਦੇ, ਸਤਿਗੁਰੂ ਗੁਰੂ ਨਾਨਕ ਦੇਵ ਜੀ ਦੇ ਭਗਤਾਂ ਦੇ, ਸੰਤਾਂ ਦੇ, ਜਦੋਂ ਅਸੀਂ ਇਹਨਾਂ ਦਾ ਵਚਨ ਕਮਾਵਾਂਗੇ, ਮੰਨਾਂਗੇ, ਤੇ ਫਿਰ ਅਸੀਂ ਆਪਦੇ ਜੀਵਨ ਦਾ ਲਾਹਾ ਕੱਟਾਂਗੇ। ਇਸ ਵਾਸਤੇ ਫਿਰ ਸਾਨੂੰ ਕਹਿੰਦੇ ਵੀ ਜੋ ਗੁਰੂ ਕਹਿ ਰਹੇ ਹੈ ਇਹਨਾਂ ਦਾ ਵਚਨ ਕਮਾਵੋ, ਇਹਨਾਂ ਦੇ ਦੱਸੇ ਹੋਏ ਮਾਰਗ ਦੇ ਉੱਤੇ ਚੱਲੋ। ਮਹਾਰਾਜ ਕਹਿੰਦੇ ਗੁਰ ਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੇ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਵੀ ਜੋ ਗੁਰੂ ਕਹਿ ਰਹੇ ਹੈ ਇਹਨਾਂ ਦੀ ਦੱਸੀ ਹੋਈ ਕਾਰ ਕਮਾਵੋ, ਇਹਨਾਂ ਦੇ ਦੱਸੇ ਹੋਏ ਮਾਰਗ ਤੇ ਚੱਲੋ। ਸੱਚੇ ਪਾਤਸ਼ਾਹ ਕਹਿੰਦੇ ਗੁਰ ਕਹਿਆ ਸਾਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਧਾਵੋ। ਬਈ ਜੋ ਸਾਨੂੰ ਕਾਰ ਗੁਰੂ ਕਹਿ ਰਹੇ ਕਰਨ ਨੂੰ ਉਹ ਕਰੋ, ਤੇ ਸਾਨੂੰ ਕਹਿ ਰਹੇ ਵੀ ਸਿਮਰਨ ਕਰੋ। ਜਦੋਂ ਹੁਣ ਆਪਾਂ ਸਿਮਰਨ ਕਰਾਂਗੇ ਤੇ ਸਮਝ ਲਓ ਵੀ ਅਸੀਂ ਗੁਰੂ ਦਾ ਵਚਨ ਮੰਨ ਰਹੇ, ਕਮਾ ਰਹੇ ਹਾਂ, ਜੋ ਕਾਰ ਗੁਰੂ ਨੇ ਆਖਿਆ ਕਰਨ ਨੂੰ ਉਹ ਕਰ ਰਹੇ ਹਾਂ। ਜਦੋਂ ਅਸੀਂ ਗੁਰੂ ਦੀ ਦੱਸੀ ਹੋਈ ਕਾਰ ਕਮਾਵਾਂਗੇ, ਇਹਦੇ ਵਿੱਚ ਸੌਖੀ ਸੌਖੀ ਸਾਡੇ ਮਨ ਨੂੰ ਸ਼ਾਂਤੀ ਆਉਣੀ, ਸਾਡੇ ਮਨ ਨੂੰ ਸੁੱਖ ਮਿਲਣਾ, ਮਨ ਨੇ ਆਨੰਦ ਅਵਸਥਾ 'ਚ ਜਾਣਾ। ਜਦੋਂ ਅਸੀਂ ਗੁਰੂ ਦੀ ਦੱਸੀ ਹੋਈ ਕਾਰ ਨਹੀਂ ਕਮਾਉਂਦੇ, ਆਪਦੀ ਮੱਤ ਦੁਆਰਾ ਚੱਲਦੇ ਹਾਂ, ਫਿਰ ਅਸੀਂ ਦੁਖੀ ਹੁੰਦੇ ਹਾਂ। ਸੰਸਾਰ ਦੇ ਵਿੱਚ ਦੁੱਖ ਦਾ ਕਾਰਨ ਹੈ ਸਾਡੀ ਆਪਣੀ ਮੱਤ। ਸਾਡੀ ਮੱਤ ਹੀ ਸਾਨੂੰ ਭਰਮ 'ਚ ਰੱਖਦੀ ਹੈ। ਆਪਣੀ ਮੱਤ ਕਰਕੇ ਅਸੀਂ ਦੁਖੀ ਹੁੰਦੇ ਹਾਂ, ਪਰੇਸ਼ਾਨ ਹੁੰਦੇ ਹਾਂ, ਤਾਂਹੀਓ ਸਾਡਾ ਮਨ ਸ਼ਾਂਤ ਹੁੰਦਾ ਹੈ। ਇਸ ਵਾਸਤੇ ਫਿਰ ਸਾਨੂੰ ਕਹਿੰਦੇ ਵੀ ਗੁਰੂ ਦੀ ਮੱਤ ਲਵੋ, ਆਪਦੀ ਮੱਤ ਜਿਹੜੀ ਆਪਦੀ ਸਿਆਣਪ ਨੂੰ ਛੱਡ ਦਿਓ। ਆਪਦੀ ਮੱਤ, ਆਪਦੀ ਸਿਆਣਪ ਹੀ ਛੱਡਣੀ ਔਖੀ ਹੈ, ਕਠਿਨ ਹੈ। ਤੇ ਇਸ ਮੱਤ ਨੂੰ ਛੱਡਣ ਵਾਸਤੇ ਹੀ ਫਿਰ ਆਪਾਂ ਨੂੰ ਸਿਮਰਨ ਕਰਨਾ ਪੈਂਦਾ। ਇਹ ਜਿਹੜਾ ਆਪਾਂ ਅਭਿਆਸ ਕਰਦੇ, ਸਿਮਰਨ ਕਰਦੇ ਹਾਂ, ਇਸੇ ਕਰਕੇ ਹੀ ਕਰਦੇ ਹਾਂ ਵੀ ਸਾਡੀ ਮੱਤ ਛੁੱਟ ਜੇ, ਸਾਡੀ ਸਿਆਣਪ ਖਤਮ ਹੋ ਜੇ, ਤਾਂ ਕਿ ਅਸੀਂ ਆਪਦੀ ਸਿਆਣਪ ਵਰਤਣੋਂ ਛੱਡ ਦਈਏ। ਤੇ ਮਹਾਰਾਜ ਕਹਿੰਦੇ ਮਨ ਕੀ ਮੱਤ ਤੇ ਆਗੋ ਹਰ ਜਨ, ਇਹਾਂ ਬਾਤ ਕਠੈਨੀ। ਆਂਦਨ ਹਰ ਹਰ ਨਾਮ ਤੇ ਆਵੋ, ਜੇ ਗੁਰ ਸਤਿਗੁਰ ਕੀ ਮੱਤ ਲੈਣੀ। ਬਈ ਆਪਾਂ ਚਾਹੁੰਦੇ ਹਾਂ ਗੁਰੂ ਦੀ ਮੱਤ ਲੈਣੀ, ਵੀ ਅਸੀਂ ਜੋ ਸਾਨੂੰ ਗੁਰੂ ਕਹਿ ਰਹੇ ਆ ਉਹਨਾਂ ਦੀ ਮੱਤ ਲੈ ਕੇ ਚੱਲੀਏ। ਤੇ ਆਪਾਂ ਨੂੰ ਕਹਿੰਦੇ ਵੀ ਸਭ ਤੋਂ ਵੱਡੀ ਰੁਕਾਵਟ ਹੈ ਆਪਣੀ ਮੱਤ ਵਿੱਚ। ਤੇ ਕਹਿੰਦੇ ਇਸ ਨੂੰ ਛੱਡੋ, ਤੇ ਨਾਲ ਹੀ ਕਹਿਤਾ ਵੀ ਛੱਡਣੀ ਔਖੀ, ਕਠਿਨ। ਤੇ ਫਿਰ ਆਪਾਂ ਪੁੱਛਦੇ ਵੀ ਛੱਡੀ ਕਿਵੇਂ ਜਾਵੇ, ਤੇ ਕਹਿੰਦੇ ਉਹਦੇ ਵਾਸਤੇ ਫਿਰ ਸਿਮਰਨ ਕਰੋ। ਕਿੰਨਾ ਕੁ ਕਰੀਏ, ਕਹਿੰਦੇ ਆਨ-ਦਿਨ ਕਰੋ ਲਗਾਤਾਰ। ਜਦੋਂ ਅਸੀਂ ਆਨ-ਦਿਨ ਕਰਾਂਗੇ ਫਿਰ ਸਾਡੀ ਮੱਤ ਛੁੱਟਣੀ, ਫਿਰ ਇਹਨੇ ਸਿਆਣਪ ਨੇ ਖਤਮ ਹੋਣਾ, ਫਿਰ ਸਾਨੂੰ ਗੁਰੂ ਤੇ ਸਤਿਗੁਰ ਦੀ ਮੱਤ ਆਉਣੀ। ਹੁਣ ਜਦ ਤੱਕ ਅਸੀਂ ਇਹ ਸਿਮਰਨ ਕਰਦੇ ਨਹੀਂ, ਆਨ-ਦਿਨ ਸਾਡੇ ਹਿਰਦੇ 'ਚ ਵੱਸਦਾ ਨਹੀਂ, ਉਹਨਾਂ ਸਮਾਂ ਅਸੀਂ ਤਾਂਹੀਓ ਜੀਵਨ ਮੁਕਤ ਹੁੰਦੇ। ਮਹਾਰਾਜ ਕਹਿੰਦੇ ਵੀ ਮੁੱਖ ਤੋਂ ਤਾਂ ਬਹੁਤ ਜੀਵ ਕਰਦੇ ਨੇ, ਸਾਰੇ ਕਰਦੇ, ਪਰ ਉਹ ਵਿਰਲੇ ਜਿਹੜੇ ਆਪਣੇ ਹਿਰਦੇ 'ਚ ਵਸਾ ਲੈਂਦੇ। ਜਿਨ੍ਹਾਂ ਦੇ ਹਿਰਦੇ 'ਚ ਵਸ ਗਿਆ ਉਹ ਸੱਚੇ ਪਾਤਸ਼ਾਹ ਕਹਿੰਦੇ ਮੁਕਤ ਹੋ ਜਾਂਦੇ।
ਮਾਰੇ ਕਹਿੰਦੇ ਮੁਖੋਂ ਹਰ ਹਰ ਸਭ ਕੋ ਕਰੇ ਬਿਰਲੇ ਹਿਰਦੇ ਵਸਾਇਆ। ਨਾਨਕ ਜਨ ਕੇ ਹਿਰਦੇ ਵਸਿਆ ਮੋਖ ਮੁਕਤ ਤੈਨ ਪਾਇਆ। ਵੀ ਮੁਖੋਂ ਤਾਂ ਕਹਿੰਦਾ ਜੀਵ ਪਰ ਹਿਰਦੇ 'ਚ ਵਿਰਲੇ ਵਿਰਲੇ ਦੇ ਵਸਦਾ, ਕੋਈ ਵਸਾਉਂਦਾ। ਸੋ ਆਪਾਂ ਨੂੰ ਫਿਰ ਕਹਿੰਦੇ ਵੀ ਸਾਡੇ ਹਿਰਦੇ 'ਚ ਵਸ ਜਾਵੇ, ਅਤੇ ਵਸਣ ਵਾਸਤੇ ਫਿਰ ਆਪਾਂ ਨੂੰ ਲਗਾਤਾਰ ਦ੍ਰਿੜ ਕਰਨਾ ਪੈਂਦਾ। ਜਿਹੜੀ ਚੀਜ਼ ਅਸੀਂ ਲਗਾਤਾਰ ਦ੍ਰਿੜ ਕਰਾਂਗੇ ਉਹ ਸਾਡੇ ਮਨ ਦੇ ਅੰਦਰ ਵਸ ਜਾਂਦੀ ਹੈ। ਜਿਵੇਂ ਹੁਣ ਇਹ ਮਾਇਆ ਸੰਸਾਰ ਦੀ ਸਾਡੇ ਮਨ 'ਚ ਵਸੀ ਹੈ, ਇਹ ਆਕਾਰ ਨੇ, ਸਰੀਰ, ਇਹ ਸਾਡੇ ਮਨ 'ਚ ਵਸ ਜਾਂਦੇ। ਜਦੋਂ ਅਸੀਂ ਇੱਕ ਚਿੱਤ ਹੋ ਕੇ ਇਹਨਾਂ ਨੂੰ ਦੇਖਦੇ ਹਾਂ, ਅਸੀਂ ਮੋਹ ਪਾ ਲੈਂਦੇ, ਪਿਆਰ ਪਾ ਲੈਂਦੇ, ਇਹ ਸਾਡੇ ਹਿਰਦੇ 'ਚ ਵਸ ਜਾਂਦੇ। ਅਤੇ ਇਹ ਜਿਹੜੀ ਮਾਇਆ ਇਹ ਫਿਰ ਜਦੋਂ ਸਾਡੇ ਹਿਰਦੇ 'ਚ ਵਸ ਗਈ, ਇਹ ਸਾਨੂੰ ਭੁੱਲਦੀ ਨਹੀਂ। ਇਸ ਲਈ ਮਹਾਰਾਜ ਕਹਿੰਦੇ ਮਾਇਆ ਮਨੋ ਨਾ ਵਿਸਰੇ ਮੰਗੇ ਦਮਾ ਦਮ। ਬਈ ਮਨ ਨੂੰ ਇਹ ਮਾਇਆ ਜਿਹੜੀ ਹੈ ਵਿਸਰਦੀ ਨਹੀਂ, ਹਰ ਇੱਕ ਦਮ ਦੇ ਨਾਲ ਇਹ ਚੇਤੇ ਕਰਦਾ, ਇਸ ਨੂੰ ਚਿਤਾਰਦਾ। ਜਿਵੇਂ ਕੂੰਜ ਹੁੰਦੀ ਹੈ, ਉਹਦਾ ਆਪਣੇ ਬੱਚਿਆਂ ਦੇ ਨਾਲ ਪ੍ਰੇਮ ਹੈ, ਪ੍ਰੀਤ ਹੈ, ਉਹ ਦੂਰ ਚੋਗਾ ਚੁਗਣ ਵਾਸਤੇ ਆਉਂਦੀ, ਪਰ ਮਨ ਦੇ ਵਿੱਚ ਆਪਦੇ ਬੱਚਿਆਂ ਨੂੰ ਹੀ ਚਿਤਾਰਦੀ, ਚੇਤਾ ਉਹਨਾਂ ਦਾ ਹੀ ਰੱਖਦੀ। ਚੁਗਦੀ ਹੈ, ਫਿਰ ਚੇਤਾ ਕਰਦੀ, ਚੁਗਦੀ, ਫਿਰ ਚਿਤਾਰਦੀ। ਇਸੇ ਤਰ੍ਹਾਂ ਹੀ ਜਦੋਂ ਸਾਡੇ ਮਨ 'ਚ ਮਾਇਆ ਵਸੀ ਹੁੰਦੀ, ਫਿਰ ਇਹ ਕੂੰਜ ਵਾਂਗੂ ਇਹ ਮਾਇਆ ਨੂੰ ਚਿਤਾਰਦਾ। ਮਹਾਰਾਜ ਕਹਿੰਦੇ ਕਬੀਰ ਚੁਗੇ ਚਿਤਾਰੇ ਭੀ ਚੁਗੇ ਚੁਗ ਚੁਗ ਚਿਤਾਰੇ ਜੈਸੇ ਵਛਰੇ ਕੂੰਜ ਮਨ ਮਾਇਆ ਮਮਤਾ ਰੇ। ਵੀ ਜਿਸ ਤਰ੍ਹਾਂ ਕੂੰਜ ਦਾ ਪ੍ਰੇਮ ਬੱਚਿਆਂ ਨਾਲ ਉਹ ਚਿਤਾਰਦੀ, ਇਸੇ ਤਰ੍ਹਾਂ ਹੀ ਜਦੋਂ ਸਾਡੇ ਹਿਰਦੇ 'ਚ ਮਾਇਆ ਵਸ ਜਾਂਦੀ, ਇਹਦੇ ਮਨ ਇਸ ਨੂੰ ਦਮ ਦਮ ਚਿਤਾਰਦਾ, ਭੁੱਲਦਾ ਹੀ ਨਹੀਂ ਚੇਤਾ। ਇਸੇ ਕਰਕੇ ਗੁਰੂ ਤੇਗ ਬਹਾਦਰ ਜੀ ਕਹਿੰਦੇ ਵੀ ਮਨ ਇਸ ਤਰ੍ਹਾਂ ਫਿਰ ਮਾਇਆ ਦੇ ਨਾਲ ਚਿੰਬੜ ਜਾਂਦਾ, ਜਿਵੇਂ ਦੀਵਾਰ ਦੇ ਉੱਤੇ ਮੂਰਤ ਹੁੰਦੀ ਹੈ। ਉਸ ਮੂਰਤ ਨੂੰ ਲਾਈਏ ਤੇ ਉਹ ਆਪਣਾ ਆਪਾ ਤਾਂ ਤਿਆਗ ਦਿੰਦੀ ਹੈ, ਪਰ ਉਹਨੂੰ ਦੀਵਾਰ ਨੂੰ ਛੱਡਦੀ ਨਹੀਂ ਹੈ। ਇਸੇ ਤਰ੍ਹਾਂ ਹੀ ਸੱਚੇ ਪਾਤਸ਼ਾਹ ਕਹਿੰਦੇ ਮਨ ਇਹ ਮਾਇਆ ਦੇ ਨਾਲ ਇਸ ਤਰ੍ਹਾਂ ਚਿੰਬੜਿਆ ਹੋਇਆ ਹੈ। ਮਨ ਮਾਇਆ ਮੇ ਰਮ ਰਿਹੋ ਨਿਕਸਤ ਨਾਹਿਨ ਮੀਤ ਨਾਨਕ ਮੂਰਤ ਚਿਤਰ ਜਿਉ ਛਾੜਤ ਨਾਹਿਨ ਪੀਤ। ਹੁਣ ਇੰਨਾ ਚੰਬੜਿਆ ਹੋਣ ਕਰਕੇ ਤਾਈਓ ਫਿਰ ਇਹ ਆਪਾਂ ਨੂੰ ਸਿਮਰਨ ਕਰਨਾ ਪੈਂਦਾ। ਜਿਉਂ-ਜਿਉਂ ਅਸੀਂ ਅਭਿਆਸ ਕਰਾਂਗੇ ਇਹਦੀ ਪਕੜ ਛੁੱਟੇਗੀ, ਤਿਉਂ-ਤਿਉਂ ਫਿਰ ਇਹਨੂੰ ਛੱਡੇਗਾ, ਨਹੀਂ ਤਾਂ ਛੱਡਦਾ ਨਹੀਂ। ਹੁਣ ਜਿਵੇਂ ਫਿਰ ਇਹ ਮਾਇਆ ਸਾਡੇ ਹਿਰਦੇ 'ਚ ਵਸੀ ਹੈ, ਇਹ ਭੁੱਲਦਾ ਨਹੀਂ। ਇਸੇ ਤਰ੍ਹਾਂ ਹੀ ਮਾਲਕ ਕਿਰਪਾ ਕਰੇ ਵੀ ਜੇ ਸਾਡੇ ਹਿਰਦੇ ਵਿੱਚ ਗੁਰਮੰਤਰ ਵਸ ਜੇ, ਨਾਮ ਵਸ ਜੇ, ਸੱਚ ਵਸ ਜੇ, ਤੇ ਸਾਨੂੰ ਭੁੱਲੇਗਾ ਨਹੀਂ, ਸਾਨੂੰ ਵਿਸਰੇਗਾ। ਫਿਰ ਹਰ ਇੱਕ ਦਮ ਦੇ ਨਾਲ ਆਪਾਂ ਮਾਲਕ ਨੂੰ ਚਿਤਾਰਾਂਗੇ। ਜਿਵੇਂ ਹੁਣ ਮਾਇਆ ਨੂੰ ਚਿਤਾਰਦਾ ਹੈ, ਪਹਿਲਾਂ ਮਾਇਆ ਹਿਰਦੇ 'ਚ ਵਸੀ ਹੈ, ਜਦੋਂ ਮਾਲਕ ਹਿਰਦੇ 'ਚ ਵਸ ਜੇਗਾ ਫਿਰ ਮਾਲਕ ਨੂੰ ਚਿਤਾਰੇਗਾ, ਫਿਰ ਉਹ ਨਹੀਂ ਭੁੱਲੇਗਾ। ਜਾਣੀ ਦੀ ਜਿਹੜੀ ਚੀਜ਼ ਸਾਡੇ ਮਨ ਦੇ ਅੰਦਰ ਵਸ ਜਾਂਦੀ ਹੈ ਫਿਰ ਉਹ ਸਾਨੂੰ ਭੁੱਲਦੀ ਨਹੀਂ ਹੈ। ਹੁਣ ਇੱਧਰ ਅਸੀਂ ਸਿੱਖਿਆ ਮਾਇਆ ਦੇ ਵਿੱਚ ਸ਼ੁਰੂ ਤੋਂ ਹੀ ਆਪਾਂ ਨੂੰ ਸਿਖਾਇਆ ਜਾਂਦਾ ਵੀ ਇਸ ਮਾਇਆ ਨੂੰ ਅਸੀਂ ਕਿਵੇਂ ਅੰਦਰ ਵਸਾਉਣਾ, ਉਹ ਅਸੀਂ ਸਿੱਖ ਲਏ। ਸ਼ੁਰੂ ਤੋਂ ਹੀ ਆਪਾਂ, ਜਦੋਂ ਬੱਚਾ ਛੋਟਾ ਹੁੰਦਾ, ਸ਼ੁਰੂ ਤੋਂ ਹੀ ਆਪਾਂ ਸਿੱਖਦੇ ਹਾਂ ਵੀ ਆਹ ਕੰਮ ਧਿਆਨ ਨਾਲ ਕਰ, ਇੱਕ ਮਨ ਇੱਕ ਚਿੱਤ ਹੋ ਕੇ ਕਰ, ਜੇ ਚੱਲਣਾ ਇਹਦੇ ਧਿਆਨ ਨਾਲ ਚੱਲਣ, ਡਿੱਗ ਨਾ ਪਈ। ਜਾਣੀ ਦੀ ਇੱਧਰ ਅਸੀਂ
हर एक चीज़ एक चित होकर करना शुरू कर दिंदे। जदों असी इस माया के घर दे विच एक चित हुंदे आ ते माया साडे हिरदे च वस जाती है। हुण ये माया जदों हिरदे च वस जाती, इनू भी वसन वास्ते समा लगदा। ये नहीं भी एकदम ही वस जाती, इनू भी आपां दृढ़ कीता पूरा। जदों असी माया नूं दृढ़ करते हैं, एक चीज़ नूं असी वार वार दोहराउने हैं, बार बार करते हैं, फिर वो साडे मन च वसदी। हुण जदों ये मन च वस जाती, फिर सानूं मेहनत करन दी लोड़ नहीं पैंदी। फिर अपने आप ही वो विचार चली जाते, फुरने चली जाते। जिवें हुण आपां जदों विचार फुरने आपां नूं आउंदे, उहदे वास्ते आपां कोई मेहनत थोड़ी करदे। वो विचार आप मुहारी चली जाते, आई जाते, क्योंकि वो साडे अंदर वस चुके हैं। हुण इसे तरह ही महाराज कहते भी जे साडे मन च गुरमंत्र वस जे, सिमरन अभ्यास आपां इन्ना करिए, फिर जदों हिरदे च वस गया, फिर सानूं बोलण की भी लोड़ नहीं, फिर वो आप मुहारी चली जाता। जिवें विचार चलते ने, फिर सिमरन चलना शुरू हो जाए। सो जदों फिर आपां लगातार दृढ़ करांगे, फिर चलना शुरू होता है। इसे वास्ते फिर आपां नूं कहंदे भी बार बार इसनूं दृढ़ करो। बई वार वार जदों असी दोहरावांगे, फिर ही सानूं दृढ़ हो जाएगा। जिवें महाराज दसदे, कहंदे गुर शब्द दृढ़ाया परम पद पाया। बई असी पूरा गुरु के शब्द नूं दृढ़ कीता। गुरु अर्जन देव जी आपां नूं दसदे बई सानूं ऐसी सोझी हुई साधु का संग करके, गुरु रामदास जी नूं साधु कहंदे, बई संग करके भी इहो साडा जप बन गया, इहो साडा तप। एक निमख भी मैनू जो सिमरने विसरदा नहीं। चाहे मैं चल रहे, चाहे भोजन छक रहे हैं, चाहे इशनान कर रहे हैं, चाहे जागते हैं, तो चाहे सुते पे। इन्ना ज़्यादा दृढ़ कीता भी जागते तो चलदा ही, सुते पे भी चली जाता। महाराज कहते हर धन जाप, हर धन ताप, हर धन भोजन पाया, निमख न विसरियो मन ते हर हर, साध संगत में पाया। माई खाट आयो कर बूता, हर धन चलते, हर धन वैसे, हर धन जागत सुत। बई इन्ना ज़्यादा दृढ़ कीता भी लगातार चली जा रहा। जिहड़ी चीज़ साडे हिरदे च वस गई, उन्हें चली जाना। फिर सो इसे तरह ही फिर बाबा कबीर जी कहते भी जिहड़ा मुख सुपने दे विच बरड़ा के राम कहंदा बई मेरे इस तन दे चमड़े की जुती बना के उसके पैरों च पा दे, इन्नी ज़्यादा महाराज उसकी वडियाई करते। सच्चे पातशाह कहते कबीर सुपने हूँ बरड़ाए के, जय मुख निकसी राम, ताके पग की पान ही मेरे तन को जाम। क्यों कह रहे भी जिहड़ा सुपने च बरड़ा के कहता, कहेगा कौन? जिन्हें दृढ़ किया, जिहदे मन च वसिया है उहिओ आखेगा। जे मन च वसिया नहीं, माया वसी है, तो उहिओ विचार चलणगे, फुरने चलणगे। जिहड़ी चीज़ आपां दिन दे समय दृढ़ कर ली, उहिओ साडे अंदर रात नूं चलदी है। जिवें हुण जे कोई जीव ज़्यादा रजोगुणी, सारा दिन इत्थे रजोगुण ते विचरदा है, आशा विलाशा तृष्णावां दे विच, वो चीज़ साडे मन च वस जेगी। तो जदों वो रात नूं देह छड्डेगा, सोएगा, सौण तो मगरों भी उहदे अंदर उहिओ विचार चलने रजोगुण वाले। जे कोई ज़्यादा तमोगुणी है, काम क्रोध लोभ अहंकार ज़्यादा हावी, ज़्यादा निंदिया चुगली ईर्खा नफरत करता है, छोटी छोटी गल ते गुस्सा आउंदा है, क्रोध आउंदा है,
ਲੜਦਾ ਹੈ। ਜਦੋਂ ਰਾਤ ਨੂੰ ਸੌਏਗਾ, ਸੌਣ ਤੋਂ ਮਗਰੋਂ ਵੀ ਉਹਨੇ ਲੜੀ ਜਾਣਾ। ਉਹਦੇ ਅੰਦਰ ਉਹੀਓ ਵਿਚਾਰ ਤਮੋਗੁਣੀ ਚੱਲਣੇ, ਕਿਉਂਕਿ ਉੱਥੇ ਹੀ ਬੈਠਾ ਹੈ। ਜੇ ਕੋਈ ਜ਼ਿਆਦਾ ਜੀਵ ਸਤੋਗੁਣੀ ਹੈ, ਉਹ ਚੀਜ਼ ਉਹਦੇ ਮਨ 'ਚ ਵਸ ਜਾਂਦੀ ਹੈ। ਜਿਹੜੇ ਸਤੋਗੁਣੀ ਜੀਵ ਉਹ ਫਿਰ ਜਿਵੇਂ ਪੁੰਨ ਦਾਨ ਕਰਦੇ ਜਾਂ ਤੀਰਥਾਂ 'ਤੇ ਜਾਂਦੇ, ਅਤੇ ਇਸੇ ਤਰ੍ਹਾਂ ਹੀ ਫਿਰ ਜਦੋਂ ਰਾਤ ਨੂੰ ਸੌਂਦੇ, ਸੌਣ ਤੋਂ ਮਗਰੋਂ ਫਿਰ ਉਹਨਾਂ ਨੂੰ ਉਹੀਓ ਕੁਝ ਦਿਖਦਾ। ਜਿਵੇਂ ਕਈ ਜੀਵ ਕਹਿਣਗੇ ਵੀ ਰਾਤ ਮੈਨੂੰ ਸੁਪਨਾ ਆਇਆ, ਮੈਂ ਦੇਖਿਆ ਵੀ ਬੜਾ ਸੋਹਣਾ ਗੁਰਦੁਆਰਾ ਬਣਿਆ ਹੋਇਆ, ਉਹਨੂੰ ਇੱਦਾਂ ਸੋਨੇ ਦੇ ਵੱਡੇ ਵੱਡੇ ਗੇਟ ਲੱਗੇ ਨੇ, ਬਈ ਮੈਂ ਉਹਦੇ ਦਰਸ਼ਨ ਕਰਕੇ ਆਇਆ। ਜਾਣੀ ਦੀ ਉਹ ਚੀਜ਼ ਸਾਡੇ ਮਨ 'ਚ ਵਸ ਜਾਂਦੀ ਹੈ। ਜਿਹੜੀ ਚੀਜ਼ ਸਾਡੇ ਮਨ 'ਚ ਵਸ ਗਈ, ਉਹੀਓ ਸਾਨੂੰ ਅੱਗੇ ਦਿਸਣੀ ਸ਼ੁਰੂ ਹੋ ਜਾਂਦੀ ਹੈ। ਜੇ ਹੁਣ ਆਪਾਂ ਦਿਨ ਦੇ ਸਮੇਂ ਆਪਣਾ ਸਵਾਸਾਂ ਦਾ ਧਨ ਮੁੱਖ ਦੇ ਹੱਟ 'ਤੇ ਜਮ੍ਹਾਂ ਕਰਾਵਾਂਗੇ, ਆਵਾ ਵਿਚਾਰਾਂ ਤੋਂ, ਫੁਰਨਿਆਂ ਤੋਂ ਰਹਿਤ ਰਵਾਂਗੇ, ਅਤੇ ਜਦੋਂ ਘਰੇ ਜਾਵਾਂਗੇ ਸਾਨੂੰ ਕੋਈ ਵਿਚਾਰ ਫੁਰਨਾਉਣਾ ਹੀ ਨਹੀਂ। ਜੇ ਆਪਾਂ ਇੱਧਰ ਅਗਰ ਮੰਤਰ ਨੂੰ ਦ੍ਰਿੜ ਕਰਾਂਗੇ, ਜਦੋਂ ਦੇਹ ਛੱਡਾਂਗੇ ਸਹਿਜ ਸੁਭਾਅ ਆਪਣੇ ਸਿਮਰਨੀ ਚੱਲੀ ਜਾਣਾ। ਜੇ ਆਪਾਂ ਨਾਮ ਨੂੰ ਸੁਣਾਂਗੇ ਦਿਨ ਦੇ ਸਮੇਂ, ਉਹ ਸਾਡੇ ਮਨ 'ਚ ਵਸ ਜੇਗਾ। ਜਦੋਂ ਦੇਹ ਛੱਡਾਂਗੇ ਤੇ ਆਪਾਂ ਨੂੰ ਸੌਣ ਤੋਂ ਮਗਰੋਂ ਵੀ ਨਾਮ ਸੁਣਾਈ ਦੇਗਾ। ਜੇ ਆਪਾਂ ਇੱਧਰ ਮਾਲਕ ਨੂੰ ਦੇਖਦੇ ਹਾਂ, ਪਰਮਾਤਮਾ ਨੂੰ, ਜਦੋਂ ਆਪਾਂ ਦੇਹ ਛੱਡਾਂਗੇ ਉੱਥੇ ਵੀ ਆਪਾਂ ਨੂੰ ਮਾਲਕ ਹੀ ਨਜ਼ਰ ਆਏਗਾ, ਪ੍ਰਕਾਸ਼। ਕਿਉਂਕਿ ਜਿਹੜੀ ਚੀਜ਼ ਸਾਡੇ ਮਨ 'ਚ ਵਸ ਗਈ, ਉਹ ਜੋ ਸਾਨੂੰ ਅੱਗੇ ਨਜ਼ਰ ਆਉਣੀ ਲੱਗ ਜਾਂਦੀ ਹੈ, ਉਹ ਸਾਨੂੰ ਦਿਸਣ ਲੱਗ ਜਾਂਦੀ ਹੈ। ਸੋ ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਇਹ ਜਿਹੜਾ ਦਿਨ ਦਾ ਸਮਾਂ ਹੈ, ਜਦੋਂ ਆਪਾਂ ਇਸ ਲੋਕ ਦੇ ਵਿੱਚ ਆਉਂਦੇ ਹਾਂ, ਇਹਦੇ ਵਾਸਤੇ ਸਾਨੂੰ ਗੁਰੂ ਦੀ ਮੱਤ ਦੀ ਲੋੜ ਪੈਂਦੀ। ਸਵੇਰ ਤੋਂ ਲੈ ਕੇ ਰਾਤ ਤੱਕ ਜਿੰਨਾ ਸਮਾਂ ਆਪਾਂ ਇਸ ਸਰੀਰ 'ਚ ਰਹਿਣਾ, ਜਦੋਂ ਆਪਾਂ ਸਰੀਰ ਨੂੰ ਛੱਡ ਦਿੰਦੇ ਹਾਂ, ਫਿਰ ਤਾਂ ਆਪਣਾ ਜਿਹੜਾ ਦੇਸ਼ ਹੈ ਉੱਥੇ ਸ਼ਬਦ ਗੁਰੂ ਹੈ। ਆਪਣੇ ਦੇਸ਼ ਦਾ ਜਿਹੜਾ ਖੇਲ ਉਹ ਸ਼ਬਦ ਦੁਆਰਾ ਚੱਲਦਾ, ਜਿਸ ਨੂੰ ਮਹਾਰਾਜ ਕਹਿੰਦੇ ਸ਼ਬਦ ਗੁਰੂ ਸੁਰਤ ਧੁਨ ਚੇਲਾ। ਜਦੋਂ ਆਪਾਂ ਸੁਣਨ 'ਚ ਚਲੇ ਜਾਂਦੇ, ਉਸ ਤੋਂ ਅੱਗੇ ਤਾਂ ਫਿਰ ਸਾਡੇ ਸਾਰਿਆਂ ਲਈ ਇੱਕੋ ਹੀ ਵਿਧਾਨ ਹੈ, ਹੁਕਮ ਮਾਲਕ ਦਾ ਨਾਮ ਹੈ ਜਿਹੜਾ। ਇੱਧਰ ਜਦੋਂ ਆਪਾਂ ਆਉਂਦੇ ਹਾਂ, ਪਾਉਣ ਦੇ ਵਿੱਚ ਆ ਕੇ ਸਾਡਾ ਮਨ ਪ੍ਰਵੇਸ਼ ਹੁੰਦਾ ਹੈ। ਜਿਉਂ ਹੀ ਪਾਉਣ ਦੇ ਵਿੱਚ ਆ ਕੇ ਪ੍ਰਵੇਸ਼ ਹੋਇਆ, ਫਿਰ ਸਾਨੂੰ ਇੱਧਰ ਆ ਕੇ ਸਤਿਗੁਰ ਦੀ ਮੱਤ ਲੈਣੀ ਪੈਂਦੀ ਹੈ, ਜਿਸ ਨੂੰ ਮਹਾਰਾਜ ਕਹਿੰਦੇ ਪਵਨ ਆਰੰਭ ਸਤਿਗੁਰ ਮੱਤ ਬੇਲਾ। ਵੀ ਜਿਉਂ ਹੀ ਪਾਉਣ ਦੇ ਵਿੱਚ ਆ ਕੇ ਸਾਡਾ ਮਨ ਪ੍ਰਵੇਸ਼ ਹੋਇਆ, ਫਿਰ ਉਦੋਂ ਵੇਲਾ ਸਤਿਗੁਰ ਦੀ ਮੱਤ ਲੈਣ ਦਾ। ਵੀ ਜਿੰਨਾ ਸਮਾਂ ਅਸੀਂ ਇੱਧਰ ਪਾਉਣ 'ਚ ਰਹਿਣਾ, ਫਿਰ ਕਿਵੇਂ ਚੱਲੀਏ ਸਤਿਗੁਰ ਦੀ ਮੱਤ ਦੁਆਰਾ, ਤਾਂ ਕਿ ਇੱਧਰ ਸਾਡਾ ਕਿਸੇ ਦਾ ਵਿਚਾਰਾਂ ਨਾਲ ਟਕਰਾਅ ਨਾ ਹੋਵੇ, ਸਾਡੇ ਮਨ ਦੇ ਵਿੱਚ ਕਿਸੇ ਵਰਤਾਏ ਈਰਖਾ, ਵੈਰ, ਵਿਰੋਧ, ਨਫ਼ਰਤ ਨਾ ਆਵੇ, ਤਾਂ ਕਿ ਅਸੀਂ ਇਹ ਜੀਵਨ ਦੀ ਬਾਜੀ ਨੂੰ ਹਾਰ ਨਾ ਜਾਈਏ। ਇੱਥੇ ਅਸੀਂ ਪਰਦੇਸ 'ਚ ਆਏ ਹਾਂ ਕਮਾਈ ਕਰਨ ਵਾਸਤੇ, ਇੱਥੇ ਅਸੀਂ ਆ ਕੇ ਧਨ ਲੁਟਾ ਨਾ ਜਾਈਏ, ਇੱਥੇ ਸਾਡਾ ਧਨ ਚੋਰੀ ਨਾ ਹੋ ਜਾਵੇ, ਕਿਉਂਕਿ ਇੱਧਰ ਚੋਰ ਲੱਗਦੇ ਨੇ। ਇਸੇ ਫਿਰ ਆਪਾਂ ਨੂੰ ਗੁਰੂ ਦੀ ਮੱਤ ਦੀ ਲੋੜ ਪੈਂਦੀ, ਵੀ ਕਿਵੇਂ ਅਸੀਂ ਜਿਵੇਂ ਜਨਮ ਤੋਂ ਲੈ ਕੇ ਮੌਤ ਤੱਕ ਦਾ ਸਫ਼ਰ ਹੈ ਜਿਹੜਾ ਉਹ ਤੈਅ ਕਰਨਾ ਹੈ। ਮਰਦੇ ਜਿਵੇਂ ਹੁਣ ਆਪਾਂ ਰੋਜ਼ ਹੀ, ਹੁਣ ਰਾਤ ਹੋਏਗੀ ਆਪਾਂ ਜਾ ਕੇ ਸੌਂ ਜਾਣਾ, ਆਪਾਂ ਮਰ ਜਾਣਾ। ਰਾਤ ਹੈ ਜਿਹੜੀ ਇਹ ਇੱਕ ਛੋਟੀ ਮੌਤ ਹੈ, ਸਵੇਰ ਨੂੰ ਫਿਰ ਜਨਮ ਹੁੰਦਾ ਹੈ ਅਤੇ ਰਾਤ ਨੂੰ ਆਪਾਂ ਮਰ ਜਾਂਦੇ ਇੱਧਰੋਂ। ਇਸ ਕਰਕੇ ਫਿਰ ਸਵੇਰ ਤੋਂ ਲੈ ਕੇ ਰਾਤ ਤੱਕ ਜਿੰਨਾ ਸਮਾਂ ਆਪਾਂ ਇਸ ਸਰੀਰ ਦੇ ਵਿੱਚ ਰਹਿਣਾ, ਆਪਾਂ ਨੂੰ ਸਤਿਗੁਰ ਦੀ ਮੱਤ ਦੀ ਲੋੜ ਪੈਂਦੀ। ਤਾਈਓ ਮਹਾਰਾਜ ਫਿਰ ਸਾਨੂੰ ਕਹਿੰਦੇ ਮੱਤ ਵਿੱਚ ਜਨਮ ਮਰਨ ਹੋਰ ਕੈਸਾ, ਜਾ ਜੀਵਾਂ ਤਾਂ ਜੁਗਤ ਨਾ ਹੈ। ਬਈ ਜੇ ਅਸੀਂ ਇਹ ਜਿਉਣ ਦੀ ਜੁਗਤੀ ਨਹੀਂ ਸਿੱਖੀ, ਨਹੀਂ ਅਸੀਂ ਗੁਰੂ ਦੀ ਮੱਤ ਲਈ, ਤੇ ਫਿਰ ਅਸੀਂ ਸਵੇਰ ਤੋਂ ਸ਼ਾਮ ਤੱਕ ਦੁਖੀ ਹੋ ਰਹਾਂਗੇ।
ਮਨਮੁਖ ਜਿੰਨਾ ਸਮਾਂ ਵੀ ਇੱਥੇ ਰਹਿੰਦਾ ਦਿਨ ਦੇ ਸਮੇਂ ਜਿਉਂ ਹੀ ਇਹ ਸਰੀਰ 'ਚ ਪ੍ਰਵੇਸ਼ ਹੁੰਦਾ ਹੈ ਆਉਣ ਸਾਰੀ ਦੁਖੀ ਹੋ ਜਾਂਦਾ। ਜਿੰਨਾ ਸਮਾਂ ਰਹੇਗਾ ਦੁਖੀ ਰਹਿਣਾ ਉਹਨੇ, ਅਤੇ ਜਦੋਂ ਫੇਰ ਇੱਥੋਂ ਜਾਂਦਾ ਵਾਪਸ ਦੁਖੀ ਹੋ ਫੇਰ ਚਲਾ ਜਾਂਦਾ। ਇਸ ਵਾਸਤੇ ਫਿਰ ਕਹਿੰਦੇ ਨੇ ਵੀ ਜਿਹੜਾ ਮਨਮੁਖ ਜੀਵ ਉਹ ਦੁੱਖਾਂ ਦਾ ਖੇਤ ਹੈ, ਉਹ ਦੁੱਖ ਬੀਜਦਾ ਅਤੇ ਦੁੱਖ ਹੀ ਉਹਨੂੰ ਵੱਢਣਾ ਪੈਂਦਾ। ਮਹਾਰਾਜ ਕਹਿੰਦੇ ਮਨਮੁਖ ਦੁੱਖ ਕਾ ਖੇਤ ਹੈ, ਦੁੱਖ ਬੀਜੇ ਦੁੱਖ ਖਾਈ, ਕਿਉਂਕਿ ਉਹਨੇ ਸਾਰਾ ਦਿਨ ਇੱਧਰ ਦੁੱਖ ਹੀ ਬੀਜਿਆ, ਦੁਖੀ ਹੀ ਰਿਹਾ, ਗੁਰੂ ਦੀ ਮੱਤ ਨਹੀਂ ਲਈ। ਇਸ ਵਾਸਤੇ ਫਿਰ ਸੁਖੀ ਹੋਣ ਵਾਸਤੇ ਸਾਨੂੰ ਗੁਰੂ ਦੀ ਮੱਤ ਦੀ ਲੋੜ ਪੈਂਦੀ ਹੈ। ਤਾਈਓ ਫਿਰ ਆਪਾਂ ਨੂੰ ਸਮਝਾਉਂਦੇ ਵੀ ਸੰਸਾਰ ਦੇ ਵਿੱਚ ਆਪਦੀ ਮੱਤ ਦੁਆਰਾ ਤਾਂ ਜੀਵ ਕਿੰਨਾ ਵੀ ਸਿਆਣਾ ਹੋ ਜੇ, ਕਿੰਨੀ ਧਨ ਦੌਲਤ ਇਕੱਠੀ ਕਰ ਲਵੇ, ਕਿੰਨਾ ਸੰਸਾਰ 'ਚ ਉਹਦਾ ਨਾਂ ਹੋ ਜਾਵੇ, ਪਰ ਉਹਦੇ ਮਨ ਨੂੰ ਸੁੱਖ ਨਹੀਂ ਮਿਲਣਾ, ਮਨ ਨੂੰ ਸ਼ਾਂਤੀ ਨਹੀਂ ਆਉਣੀ ਹੈ। ਮਨ ਹੈ ਜਿਹੜਾ ਉਹਦਾ ਸ਼ਾਂਤੀ ਰਹਿਣਾ, ਮਨ ਦੁਖੀ ਰਹਿਣਾ। ਇਸ ਵਾਸਤੇ ਫਿਰ ਮਹਾਰਾਜ ਤਾਈਓ ਕਹਿੰਦੇ ਗੁਰ ਕੀ ਮੱਤ ਤੂੰ ਲੈ ਆਣੇ, ਭਗਤ ਬਿਨਾ ਬਹੁ ਡੁੱਬੇ ਸਿਆਣੇ। ਵੀ ਸਾਡੀ ਜਿਹੜੀ ਸਿਆਣਪ ਸਾਨੂੰ ਲੈ ਕੇ ਡੁੱਬ ਜਾਂਦੀ, ਸਾਡੀ ਸਿਆਣਪ ਸਾਨੂੰ ਦੁਖੀ ਕਰ ਦਿੰਦੀ ਹੈ, ਸ਼ਾਂਤ ਕਰ ਦਿੰਦੀ ਹੈ। ਇਸ ਵਾਸਤੇ ਫਿਰ ਜਦੋਂ ਆਪਾਂ ਆਪਦੀ ਸਿਆਣਪ ਵਰਤ ਕੇ ਦੇਖ ਲੈਂਦੇ ਸੰਸਾਰ 'ਚ ਵੀ ਸਾਨੂੰ ਸੁੱਖ ਤਾਂ ਮਿਲਿਆ ਨਹੀਂ ਹੈ, ਫਿਰ ਆਪਾਂ ਗੁਰੂ ਦੀ ਸ਼ਰਨ ਚਾਹੁੰਦੇ, ਸਤ ਸੰਗਤ ਚਾਹੁੰਦੇ ਬਈ ਹੁਣ ਅਸੀਂ ਗੁਰੂ ਦੀ ਮੱਤ ਲਈਏ, ਗੁਰੂ ਦਾ ਓਟ ਆਸਰਾ ਲਈਏ, ਤਾਂ ਕਿ ਸਾਡੇ ਮਨ ਨੂੰ ਚੈਨ ਆਵੇ, ਸ਼ਾਂਤੀ ਆਵੇ। ਸੋ ਫਿਰ ਆਪਾਂ ਨੂੰ ਗੁਰੂ ਇਹ ਜਿਉਣ ਦੀ ਜੁਗਤ ਦੱਸਦੇ, ਢੰਗ ਦੱਸਦੇ ਬਈ ਅਸੀਂ ਇਹ ਸੰਸਾਰ ਦੇ ਵਿੱਚ ਆਏ ਹਾਂ ਇੱਕ ਮਹਿਮਾਨ ਬਣ ਕੇ। ਬਈ ਜੇ ਤੁਸੀਂ ਇਸੇ ਮਹਿਮਾਨ ਬਣ ਕੇ ਰਹੋਗੇ, ਫਿਰ ਜਦੋਂ ਵਾਪਸ ਜਾਓਗੇ ਆਪਦੇ ਦੇਸ਼, ਤੁਹਾਨੂੰ ਉੱਥੇ ਜਾ ਕੇ ਮਾਣ ਮਿਲੇਗਾ, ਤੁਹਾਡਾ ਸਤਿਕਾਰ ਹੋਏਗਾ। ਮਹਾਰਾਜ ਕਹਿੰਦੇ ਗੁਰ ਪ੍ਰਸਾਦੀ ਜਾਣੇ ਮਹਿਮਾਨ, ਤਾਂ ਕਿਛ ਦਰਗਹਿ ਪਾਵੇ ਮਾਣ। ਵੀ ਜੇ ਅਸੀਂ ਮਹਿਮਾਨ ਬਣ ਕੇ ਰਵਾਂਗੇ, ਜਿਵੇਂ ਸੰਸਾਰ 'ਚ ਆਪਾਂ ਦੇਖਦੇ ਮਹਿਮਾਨ ਬਣ ਕੇ ਕਿਤੇ ਜਾਂਦੇ ਜਾਂ ਕੋਈ ਆਪਣੇ ਘਰ ਹੁੰਦਾ ਹੈ, ਉੱਥੇ ਜਾ ਕੇ ਆਪਾਂ ਕਿਸੇ ਚੀਜ਼ 'ਤੇ ਆਪਦਾ ਹੱਕ ਨਹੀਂ ਜਿੱਤਾਉਂਦੇ। ਆਪਾਂ ਨੂੰ ਪਤਾ ਹੁੰਦਾ ਵੀ ਅਸੀਂ ਕਿਹੜਾ ਇੱਥੇ ਸਦਾ ਰਹਿਣਾ, ਵੀ ਥੋੜ੍ਹੇ ਸਮੇਂ ਵਾਸਤੇ ਆਏ ਹਾਂ, ਕੁਝ ਘੰਟੇ ਰਵਾਂਗੇ ਅਤੇ ਮੁੜ ਕੇ ਵਾਪਸ ਆਪਦੇ ਘਰ ਨੂੰ ਆ ਜਾਣਾ। ਫਿਰ ਉੱਥੇ ਜੀਵ ਖੁਸ਼ੀ ਖੁਸ਼ੀ ਜਾਂਦਾ ਹੈ ਅਤੇ ਖੁਸ਼ੀ ਖੁਸ਼ੀ ਰਹਿੰਦਾ ਹੈ ਅਤੇ ਖੁਸ਼ੀ ਖੁਸ਼ੀ ਵਾਪਸ ਆ ਜਾਂਦਾ। ਸੋ ਇਸੇ ਤਰ੍ਹਾਂ ਹੀ ਆਪਾਂ ਨੂੰ ਕਹਿੰਦੇ ਵੀ ਜੇ ਅਸੀਂ ਆਪਦੇ ਆਪ ਨੂੰ ਇੱਥੇ ਮਹਿਮਾਨ ਸਮਝੀਏ, ਵੀ ਸਵੇਰੇ ਆਏ ਹਾਂ ਅਤੇ ਹੁਣ ਰਾਤ ਪੈਣੀ ਹੈ, ਹੁਣ ਅਸੀਂ ਇੱਥੋਂ ਆਪਦੇ ਦੇਸ਼ ਨੂੰ ਵਾਪਸ ਜਾਣਾ। ਇੱਥੇ ਅਸੀਂ ਕਿਸੇ ਚੀਜ਼ 'ਤੇ ਆਪਦਾ ਹੱਕ ਨਾ ਜਤਾਈਏ, ਵੀ ਸਾਡੀ ਨਹੀਂ ਹੈ, ਕੁਛ ਵੀ ਨਹੀਂ ਸਾਡਾ ਇੱਥੇ। ਫਿਰ ਅਸੀਂ ਦੁਖੀ ਨਹੀਂ ਹੋਵਾਂਗੇ। ਦੁਖੀ ਉਦੋਂ ਹੁੰਦੇ ਹਾਂ ਜਦੋਂ ਅਸੀਂ ਕਹਿੰਦੇ ਹਾਂ ਸਾਡਾ, ਮੇਰਾ ਹੈ। ਜਦੋਂ ਅਸੀਂ ਕਹਿੰਦੇ ਸਾਡਾ ਹੈ ਅਤੇ ਅਸੀਂ ਵੱਜ ਜਾਂਦੇ, ਦੁੱਖ ਸ਼ੁਰੂ ਹੋ ਜਾਂਦਾ। ਇਸ ਵਾਸਤੇ ਮਹਾਰਾਜ ਕਹਿੰਦੇ ਸੁਖੀ ਹੋਣ ਵਾਸਤੇ ਜੇ ਤੁਸੀਂ ਆਪਦੇ ਆਪ ਨੂੰ ਮਹਿਮਾਨ ਸਮਝੋਗੇ, ਫਿਰ ਜਦੋਂ ਵਾਪਸ ਜਾਓਗੇ ਤੁਹਾਨੂੰ ਮਾਣ ਪ੍ਰਾਪਤ ਹੋਏਗਾ, ਤੁਹਾਡਾ ਸਤਿਕਾਰ ਹੋਏਗਾ, ਤੁਹਾਨੂੰ ਇੱਜ਼ਤ ਮਿਲੇਗੀ। ਅਤੇ ਇਸੇ ਤਰ੍ਹਾਂ ਹੀ ਫਿਰ ਮਨ ਨੂੰ ਵੱਖ ਵੱਖ ਤਰੀਕਿਆਂ ਦੇ ਨਾਲ ਸਮਝਾਇਆ ਵੀ ਜਿਵੇਂ ਮਹਿਮਾਨ ਦੀ ਤਰ੍ਹਾਂ ਜਾਂ ਇੱਕ ਨੌਕਰ ਦੀ ਤਰ੍ਹਾਂ ਰਹੋ। ਬਈ ਇਹ ਜਿਹੜਾ ਸਰੀਰ ਹੈ ਇਸ ਨੂੰ ਖੇਤ ਆਖਿਆ, ਅਤੇ ਮਨ ਨੂੰ ਖੇਤ ਦੇ ਵਿੱਚ ਰਖਵਾਲਾ ਬਣਾ ਕੇ ਭੇਜਿਆ ਜਾਂਦਾ। ਬਈ ਜੋ ਉੱਥੇ ਜਾ ਕੇ ਖੇਤੀ ਹੈ ਜਿਹੜੀ, ਖੇਤ ਮਾਲਕ ਦਾ, ਉਸ ਖੇਤ ਦੇ ਵਿੱਚ ਗੰਦ ਉੱਗਦਾ ਹੈ, ਤੂੰ ਉਹ ਗੰਦ ਮਾਰਨਾ। ਤੇਰਾ ਕੰਮ ਇੰਨਾ ਹੀ ਹੈ ਵੀ ਤੈਨੂੰ ਜਿਹੜਾ ਕੰਮ ਦਿੱਤਾ ਗਿਆ ਤੂੰ ਉਹ ਕਰਨਾ ਹੈ ਬਸ,
ਤੇ ਨੌਕਰ ਬਣ ਕੇ ਰਹਿਣਾ, ਮਾਲਕ ਨਹੀਂ ਬਣਨਾ ਚਾਹ ਕੇ। ਜੇ ਤੂੰ ਨੌਕਰ ਬਣ ਕੇ ਰਹੇਂਗਾ ਤੇ ਤੇਰਾ ਜਿਹੜਾ ਫਿਰ ਫਲ ਹੋਏਗਾ, ਜਦੋਂ ਤੂੰ ਵਾਪਸ ਆਏਂਗਾ ਤੈਨੂੰ ਉਹਦਾ ਫਲ ਦਿੱਤਾ ਜਾਏਗਾ। ਜਿਵੇਂ ਆਪਾਂ ਦੇਖਦੇ ਵੀ ਨੌਕਰ ਦਿਹਾੜੀ ਜੀਵ ਜਾਂਦਾ ਕਰਨ, ਤੇ ਉਹ ਸਾਰਾ ਦਿਨ ਦਿਹਾੜੀ ਕਰਦਾ ਤੇ ਰਾਤ ਨੂੰ ਜਿਹੜਾ ਮਾਲਕ ਉਹਨੇ ਉਹਦਾ ਜਿਹੜਾ ਬਣਦਾ ਦਿਹਾੜੀ ਉਹਨੂੰ ਦੇ ਦੇਣੀ। ਇਸੇ ਤਰ੍ਹਾਂ ਹੀ ਸਾਡਾ ਮਨ ਇਸ ਸਰੀਰ ਰੂਪੀ ਖੇਤ ਦੇ ਵਿੱਚ ਆਉਂਦਾ ਹੈ। ਜੇ ਤਾਂ ਨੌਕਰ ਬਣ ਕੇ ਚੱਲੇਗਾ, ਨੌਕਰ ਨੂੰ ਕੋਈ ਫਿਕਰ ਨਹੀਂ। ਨੌਕਰ ਦਾ ਕੰਮ ਹੈ ਜਿਹੜਾ ਮਾਲਕ ਨੇ ਆਖਿਆ ਬਸ ਉਹ ਕਰ। ਜੇ ਹੁਣ ਨੌਕਰ ਮਾਲਕ ਬਣ ਜੇ ਤੇ ਫਿਰ ਉਹਨੇ ਦੁਖੀ ਹੋਣਾ ਸ਼ੁਰੂ ਹੋ ਜਾਣਾ। ਫਿਰ ਉਹਨੂੰ ਇਹ ਹੋਣਾ ਵੀ ਇੱਧਰੋਂ ਮੈਨੂੰ ਘਾਟਾ ਨਾ ਪੈ ਜੇ, ਇੱਧਰੋਂ ਮੈਨੂੰ ਫਾਇਦਾ ਹੋਵੇ। ਤੇ ਇਸ ਕਰਕੇ ਫਿਰ ਮਹਾਰਾਜ ਕਹਿੰਦੇ ਵੀ ਇਉਂ ਰਹੋ, ਜਿਉਂ ਰੱਖ ਖੇਤ ਉੱਪਰ ਪਰਾਏ, ਖੇਤ ਖਸਮ ਕਾ ਰਾਖਾ ਉੱਠ ਜਾਏ। ਹੁਣ ਜਦੋਂ ਇਹ ਮਾਲਕ ਬਣ ਜਾਂਦਾ, ਜਿਵੇਂ ਹੁਣ ਇਹ ਖੇਤ ਦੇ ਵਿੱਚ ਫਸਲ ਹੁੰਦੀ ਹੈ, ਜਦੋਂ ਮਾਲਕ ਬਣ ਜਾਂਦਾ ਫਸਲ ਨੂੰ ਵੱਢਣਾ ਸ਼ੁਰੂ ਕਰ ਦਿੰਦਾ। ਜਿਵੇਂ ਹੁਣ ਕਈ ਜੀਵ ਕਹਿੰਦੇ ਵੀ ਕੇਸ ਰੱਖਣੇ ਕਿਉਂ ਜ਼ਰੂਰੀ ਨੇ, ਵੀ ਇਹਦਾ ਕਾਰਨ ਕੀ ਹੈ, ਜੇ ਕਟਾ ਦਾਂਗੇ ਤੇ ਫਿਰ ਕੀ ਹੋ ਜਾਏਗਾ। ਹੁਣ ਇਹ ਜਿਹੜਾ ਖੇਤ ਹੈ ਇਹ ਮਾਲਕ ਦੀ ਖੇਤੀ ਹੈ। ਹੁਣ ਨੌਕਰ ਹੈ ਜਿਹੜਾ, ਨੌਕਰ ਦਾ ਕੰਮ ਹੈ ਵੀ ਗੰਦ ਮਾਰਨਾ, ਵਿਚਾਰਾਂ ਦਾ ਗੰਦ ਉਗਦਾ ਤੇ ਉਹਨੇ ਸਿਮਰਨ ਕਰਕੇ ਉਹਨੂੰ ਮਾਰਨਾ। ਹੁਣ ਜੇ ਨੌਕਰ ਉਹਦੀ ਫਸਲ ਹੀ ਜਾਣਨੀ ਸ਼ੁਰੂ ਕਰ ਦੇ, ਕੇਸ ਕੱਟਣੇ ਸ਼ੁਰੂ ਕਰ ਦੇ, ਫਿਰ ਜਿਹੜਾ ਮਾਲਕ ਹੈ, ਮਾਲਕ ਉਹਦੇ ਤੇ ਖੁਸ਼ ਨਹੀਂ ਹੋਏਗਾ। ਹੁਣ ਜਿਵੇਂ ਮਾਲਕ ਨੇ ਤਾਂ ਭੇਜਿਆ ਵੀ ਖੇਤ ਦੇ ਵਿੱਚ ਗੰਦ ਮਾਰਨੇ, ਤੇ ਉਹ ਫਸਲ ਹੀ ਜਾ ਕੇ ਨੌਕਰ ਵੱਢਣੀ ਸ਼ੁਰੂ ਕਰ ਦੇ, ਤੇ ਫਿਰ ਨੌਕਰ ਆਖੇ ਵੀ ਮੈਨੂੰ ਸ਼ਾਬਾਸ਼ ਦੇਏਗਾ ਮਾਲਕ, ਸ਼ਾਬਾਸ਼ ਥੋੜ੍ਹੀ ਦੇਏਗਾ, ਉਹਨੂੰ ਤਾਂ ਝਟਕਾਂ ਦੇਏਗਾ ਵੀ ਤੈਨੂੰ ਭੇਜਿਆ ਤਾਂ ਅਸੀਂ ਗੰਦ ਮਾਰਨਾ, ਤੂੰ ਫਸਲ ਹੀ ਕੱਟਣੀ ਸ਼ੁਰੂ ਕਰਤੀ। ਸੋ ਇਸੇ ਤਰ੍ਹਾਂ ਹੀ ਫਿਰ ਜਦੋਂ ਜੀਵੇ ਫਸਲ ਨੂੰ ਕੱਟਣੀ ਸ਼ੁਰੂ ਕਰ ਦਿੰਦਾ, ਫਿਰ ਮਾਲਕ ਉਹਦੇ ਤੇ ਭਰੋਸਾ ਨਹੀਂ ਕਰਦਾ, ਪ੍ਰਤੀਤ ਨਹੀਂ ਕਰਦਾ। ਪ੍ਰਤੀਤ ਉਹ ਫੇਰ ਕਰੇਗਾ ਜੇ ਉਹ ਨੌਕਰ ਬਣ ਕੇ ਚੱਲੇਗਾ। ਤੇ ਇਸ ਵਾਸਤੇ ਮਹਾਰਾਜ ਕਹਿੰਦੇ ਨੌਕਰ ਕੌਣ, ਵੀ ਨੌਕਰ ਉਹ ਹੈ ਜਿਹੜਾ ਹੁਕਮ ਦੇ ਵਿੱਚ ਚੱਲਦਾ, ਜਿਹੜਾ ਸਹਿਜ ਦੇ ਵਿੱਚ ਚੱਲਦਾ। ਚਾਕਰ ਤੇਰਾ ਸੋਈ ਜੋ ਸਹਿਜ ਰਿਹਾ ਸਮਾਈ। ਜਿਵੇਂ ਮਾਲਕ ਨੂੰ ਨੌਕਰ ਉਹੀਓ ਚੰਗਾ ਲੱਗਦਾ ਜਿਹੜਾ ਉਹਦਾ ਹੁਕਮ ਮੰਨਦਾ ਹੈ। ਜਿਹਨੇ ਹੁਕਮ ਨਹੀਂ ਮੰਨਣਾ ਤੇ ਫਿਰ ਮਾਲਕ ਦੀ ਇੱਛਾ ਜਦੋਂ ਮਰਜ਼ੀ ਉਹ ਖੇਤ ਦੇ ਵਿੱਚੋਂ ਬਾਹਰ ਕੱਢ ਕੇ ਮਾਰੇ। ਇਸੇ ਕਰਕੇ ਫਿਰ ਕਹਿੰਦੇ ਵੀ ਇਹ ਖੇਤ ਹੈ, ਇਹਦੇ ਵਿੱਚ ਉਹ ਬਚਪਨ 'ਚ ਵੀ ਕੱਢ ਸਕਦਾ, ਜਵਾਨੀ 'ਚ ਵੀ ਕੱਢ ਸਕਦਾ, ਤੇ ਜਦੋਂ ਫਸਲ ਪੱਕ ਗਈ, ਵਡੇਪਾ ਆ ਗਿਆ, ਫਿਰ ਤਾਂ ਉਹਨੇ ਵੱਢਣੀ ਵੱਢਣੀ, ਫਿਰ ਤਾਂ ਉਹਨੇ ਕੱਢਣਾ ਹੀ ਕੱਢਣਾ ਇਹਦੇ ਵਿੱਚ। ਮਹਾਰਾਜ ਕਹਿੰਦੇ ਹਰੀ ਨਹੀਂ ਡੰਡਰੀ ਪੱਕੀ ਵੱਢਣ ਹਾਰ, ਵੀ ਇਹ ਮਾਲਕ ਦੀ ਇੱਛਾ। ਸੋ ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਜੇ ਤਾਂ ਅਸੀਂ ਨੌਕਰ ਬਣ ਕੇ ਚੱਲਾਂਗੇ, ਚਾਕਰ ਬਣ ਕੇ ਚੱਲਾਂਗੇ, ਫਿਰ ਤਾਂ ਸਾਡਾ ਮਨ ਰਹੇਗਾ ਸੁਖੀ। ਜਦੋਂ ਇਹ ਮਾਲਕ ਬਣ ਜਾਂਦਾ, ਫਸਲ ਨੂੰ ਵੱਢਣਾ ਸ਼ੁਰੂ ਕਰ ਦਿੰਦਾ ਆਪਦੀ ਮੱਤ ਦੁਆਰਾ, ਫਿਰ ਇਹਨੂੰ ਸਜ਼ਾ ਮਿਲਦੀ, ਫਿਰ ਇਹਨੂੰ ਝੜਕਾਂ ਵੀ ਮਿਲਦੀਆਂ, ਫਿਰ ਇਹਦੇ ਤੇ ਮਾਲਕ ਪ੍ਰਤੀਤ ਵੀ ਨਹੀਂ ਕਰਦਾ, ਭਰੋਸਾ ਵੀ ਨਹੀਂ ਕਰਦਾ ਹੈ। ਇਸ ਵਾਸਤੇ ਫਿਰ ਇਹ ਆਪਾਂ ਨੂੰ ਜੀਵਨ ਦੀ ਜਾਂਚ 'ਚ ਦੱਸੀ ਹੈ ਵੀ ਤੁਸੀਂ ਇਸ ਤਰ੍ਹਾਂ ਰਹੋ ਜਿਵੇਂ ਮਹਿਮਾਨ ਹੁੰਦਾ ਹੈ। ਤੁਸੀਂ ਖੇਤ 'ਤੇ ਰੱਖੇ ਨੌਕਰ ਬਣ ਕੇ ਆਏ ਹੋ। ਜਦੋਂ ਨੌਕਰ ਬਣ ਕੇ ਇੱਧਰ ਅਸੀਂ ਕਿਰਤ ਕਰਾਂਗੇ, ਅਭਿਆਸ ਕਰਾਂਗੇ, ਜਦੋਂ ਇੱਥੋਂ ਵਾਪਸ ਜਾਵਾਂਗੇ ਸੱਚੇ ਦਰਬਾਰ ਦੇ ਵਿੱਚ ਸਾਡਾ ਫਿਰ ਇਹ ਕਰਮ ਦਾ ਫੈਸਲਾ ਹੁੰਦਾ, ਕਿਰਤ ਦਾ। ਜਿਸ ਨੂੰ ਮਹਾਰਾਜ ਕਹਿੰਦੇ ਕਰਮੀ ਕਰਮੀ ਹੋਈ ਵਿਚਾਰ, ਸੱਚਾ ਆਪ ਸੱਚਾ ਦਰਬਾਰ। ਫਿਰ ਉਹ ਸੱਚੇ ਦਰਬਾਰ ਦੇ ਵਿੱਚ ਮਨ ਦਾ ਫੈਸਲਾ ਹੁੰਦਾ ਵੀ ਜਿਹੜਾ ਇਹਨੂੰ ਕੰਮ ਕਰਨ ਵਾਸਤੇ ਭੇਜਿਆ ਸੀ, ਇਹਨੇ ਉਸੇ ਹੁਕਮ ਦੇ ਵਿੱਚ ਰਹਿ ਕੇ ਕੀਤਾ ਕਿ ਜਾਂ ਉਸੇ ਆਪਦੀ ਮੱਤ ਦੁਆਰਾ ਜਾ ਕੇ ਉੱਥੇ ਖੇਤ ਹੀ ਉਜਾੜ ਆਏ ਆ। ਫਿਰ ਇਸ ਦਾ ਫੈਸਲਾ ਹੁੰਦਾ, ਜੋ ਇਹਦਾ ਬਣਦਾ ਫਿਰ ਇਹਨੂੰ ਦਿੱਤਾ ਜਾਂਦਾ ਹੈ।
इस वास्ते फिर आपां नूं समझाउंदे भी जे असीं नौकर बन के चलांगे, हुक्म दे विच चलांगे, तो फिर असीं सुखी रहांगे। फिर जिहड़ा फिकर वो सब मालक नूं है। खेत दा सारा ही जन दा सारा फिकर मालक नूं, नौकर नूं कोई फिकर नहीं है। ताइयों फिर गुरमुखां ने जदों मालक दे नौकर चाकर बन के वो चले, फिर उन्होंने आखिया भी तेरी चाकरी दे विच ही सुख है। जिहड़ा सुख तेरी सेवा करके, तेरी चाकरी करके है, वो सुख मालकी बन के नहीं है। मालक बन के तो दुख ही है। संसार दा बेशक कहंदे सानू राज भाग भी मिल जे, पर वो सुख राज दे विच भी नहीं, जिहड़ा सुख तेरी चाकरी तेरी सेवा दे विच। महाराज कहंदे जो सुख प्रभ गोविंद की सेवा, सो सुख राज न लईए। भी वो सुख दा राज भाग दे विच भी नहीं, राजा भी दुखी है। ताइयों महाराज कहंदे सगल श्रेष्ठ को राजा दुखी है। जे वो सिमन करे, जे वो मालक की चाकरी करे, फिर वो सुखी हो सकता, नहीं तो सुख नहीं है। संसार दे विच फिर वो दुख ही पैदा करता है, दुखी ही हुंदा है। ताइयों महाराज कहंदे हर का नाम जपत होए सुखी है। भी जे जपे तो सुखी हो जे, जे नहीं जपेगा तो फिर तो दुखी रहेगा ही रहेगा। इस वास्ते फिर आपां नूं कहंदे भी सुखी होने वास्ते भी जो सानू सतगुरु फिर एक कर्म करन नूं कह रहे, अभ्यास भी वो करो। ज्यों-ज्यों असीं करांगे त्यों-त्यों असीं सुखी हो जाएंगे। इसलिए महाराज फरमाउंदे सिमर 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 सुख पाया। भी जिन्हों ने भी सुख की प्राप्ति की, उन्होंने आपां नूं दस्सिया भी असीं सिमरन कीता ते फिर असीं सुख की प्राप्ति की। आपां नूं कहंदे भी जे तुसीं भी सुखी होना तो तुसीं भी सिमरन करो। समा है जिहड़ा अपना रोज़ दी रोज़ बीतदा जा रहा है, दिन पैर घड़ियां समा लंघदा जा रहा है। आपां नूं कहंदे भी हुण हरि दा जस कर लो, हुण सिमरन कर लो, भी साडा कहना मन लो। महाराज कहंदे हर जस रे मना गाई ले, जो संगी है तेरो, अवसर बीते हो जात है, कहा मान ले मेरो। गुरु तेग बहादुर जी सच्चे पातशाह आपां नूं कह रहे बड़े प्यार नाल भी हुण साडा कहना मान लो, हुण सिमरन कर लो, भी तुहाडा जिहड़ा समा वो बीतदा जा रहा है, लंघदा जा रहा है। आओ हुण आपां उन्हां दा कहना मन्नीए, उन्हां दा वचन मन्नीए, जो आपां नूं करन नूं कह रहे आपां वो करिए। आओ सारे गुरमुख प्यारे करो जी शुरू। वाहिगुरू 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 वाहिगुरू
ਗੁਰੂ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਦੋਂ ਇਹ ਆਪਾਂ ਅਭਿਆਸ ਕਰਦੇ ਹਾਂ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਰਸਨਾ ਧਨ ਹੈ ਜਿਹੜੀ ਮਾਲਕ ਦੇ ਗੁਣ ਗਾਉਂਦੀ, ਉਹਦਾ ਸਿਮਰਨ ਕਰਦੀ ਹੈ। ਸਾਰਸਨਾ ਧਨ ਧਨ ਹੈ ਮੇਰੀ ਜਿੰਦੜੀਏ, ਗੁਣ ਪ੍ਰਭ ਤੇਰੇ ਗਾਵੇ ਰਾਮ। ਮਹਾਰਾਜ ਕਹਿੰਦੇ ਵੀ ਜਦੋਂ ਇਹ ਅਭਿਆਸ ਹੁੰਦਾ ਉਦੋਂ ਫਿਰ ਆਪਣੇ ਮਨ ਨੂੰ ਵਡਭਾਗੀ ਕਹਿੰਦੇ। ਸੱਚੇ ਪਾਤਸ਼ਾਹ ਕਹਿੰਦੇ ਵਡਭਾਗੀਆਂ ਬਾਹੋ ਬਾਹੋ ਮੂੰਹੋਂ ਕਢਾਈ। ਬਈ ਇਹ ਜਦੋਂ ਵਾਹ ਵਾਹ ਮਾਲਕ ਦੀ ਸਿਮਰਨ ਅਭਿਆਸ ਆਪਾਂ ਕਰਦੇ, ਕਹਿੰਦੇ ਵੱਡੇ ਭਾਗਾਂ ਵਾਲੇ। ਸੋ ਜਿਉਂ-ਜਿਉਂ ਇਹ ਆਪਾਂ ਅਭਿਆਸ ਕਰਾਂਗੇ, ਰਸਨਾ ਦੁਆਰਾ ਗੁਣ ਗਾਵਾਂਗੇ, ਸਾਡੇ ਮਨ 'ਤੇ ਜਿਹੜੀ ਮੈਲ ਲੱਗੀ ਵਿਚਾਰਾਂ ਦੀ, ਉਹ ਮੈਲ ਉਤਰ ਜਾਂਦੀ। ਮਹਾਰਾਜ ਕਹਿੰਦੇ ਰਸਨਾ ਗੁਣ ਗਾਵੇ ਹਰ ਤੇਰੇ, ਮਿਟੇ ਕਮਾਤੇ ਔਗਣ ਮੇਰੇ। ਵੀ ਜਿਉਂ-ਜਿਉਂ
ਅਸੀਂ ਅਭਿਆਸ ਕਰਾਂਗੇ, ਮਾਲਕ ਦੇ ਗੁਣ ਗਾਵਾਂਗੇ, ਅਤੇ ਉਹਦੇ ਸਾਡੇ ਮਨ ਤੋਂ ਮੈਲ ਉਤਰਦੀ ਜਾਏਗੀ, ਮਨ ਸਾਡਾ ਸ਼ੁੱਧ ਹੋ ਜਾਏਗਾ, ਨਿਰਮਲ ਹੋ ਜਾਏਗਾ। ਇਸ ਲਈ ਸਾਡੇ ਸਾਰਿਆਂ ਦੇ ਮਨਾਂ ਨੂੰ ਮਹਾਰਾਜ ਗੁਰਸਿੱਖ ਕਹਿ ਕੇ ਸੰਬੋਧਨ ਕਰਦੇ, ਕਹਿੰਦੇ ਗੁਰਸਿੱਖ ਹਰ ਬੋਲੋ ਮੇਰੇ ਭਾਈ, ਹਰ ਬੋਲਤ ਸਭ ਆਪ ਲੈ ਜਾਈ। ਵੀ ਇਹ ਗੁਰਸਿੱਖੋ ਸਾਰੇ ਸਿਮਰਨ ਕਰੋ। ਜਦੋਂ ਅਸੀਂ ਸਿਮਰਨ ਕਰਾਂਗੇ ਸਾਡੇ ਮਨ ਤੋਂ ਮੈਲ ਉਤਰ ਜਾਏਗੀ। ਉਹ ਇਸ ਵਾਸਤੇ ਹੁਣ ਇਹ ਆਪਾਂ ਵੱਧ ਤੋਂ ਵੱਧ ਅਭਿਆਸ ਕਰਨਾ। ਗੁਰਬਾਣੀ ਗੁਰੂ ਨੂੰ ਜਦੋਂ ਆਪਾਂ ਪੜ੍ਹਦੇ ਹਾਂ, ਪੜ੍ਹ ਕੇ ਵਿਚਾਰਨਾ, ਖੋਜਣਾ, ਤਾਂ ਕਿ ਸਾਡਾ ਮਨ ਪਾਸੇ ਨਾ ਜਾਵੇ। ਅਤੇ ਵੱਧ ਤੋਂ ਵੱਧ ਆਪਾਂ ਸਤਸੰਗ 'ਚ ਕਰਨੀ। ਇਹ ਜੋ ਸਾਰਾ ਭੇਦ ਗੁਰਬਾਣੀ ਗੁਰੂ ਦੁਆਰਾ ਆਪਾਂ ਨੂੰ ਦਿੱਤਾ ਗੁਰਮੁਖ ਜਨਨ ਨੇ, ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ, ਬਈ ਜੋ ਸਾਡੇ ਜੀਵਨ ਦੀ ਜਾਂਚ ਆਪਾਂ ਨੂੰ ਸਤਿਗੁਰੂ ਦੱਸ ਰਹੇ ਨੇ, ਕਿਵੇਂ ਆਪਾਂ ਸਵੇਰ ਤੋਂ ਲੈ ਕੇ ਰਾਤ ਤੱਕ ਜਿੰਨਾ ਸਮਾਂ ਇਸ ਲੋਕ 'ਚ ਗੁਜ਼ਾਰਦੇ ਹਾਂ, ਕਿਵੇਂ ਆਪਾਂ ਇਹ ਸਮਾਂ ਬਤੀਤ ਕਰੀਏ ਤਾਂ ਕਿ ਆਪਾਂ ਇੱਥੇ ਵੀ ਸੁਖੀ ਰਹੀਏ, ਅਤੇ ਰਾਤ ਨੂੰ ਜਦੋਂ ਆਪਦੇ ਘਰ ਜਾਈਏ, ਘਰ ਜਾ ਕੇ ਵੀ ਆਪਾਂ ਉੱਥੇ ਸੁੱਖ ਲਈਏ, ਆਨੰਦ ਲਈਏ। ਸੋ ਇਹ ਫਿਰ ਆਪਾਂ ਨੂੰ ਗੁਰਮੁਖਾਂ ਨੇ ਬੜਾ ਸੌਖਾ ਕਰਕੇ ਭੇਦ ਦਿੱਤਾ। ਸੋ ਆਪਾਂ ਵੀ ਇਹ ਸਾਰਾ ਭੇਦ ਲੈ ਕੇ ਆਪਦਾ ਜਿਹੜਾ ਜੀਵਨ ਹੈ ਉਹ ਸਫਲ ਕਰਨਾ। ਸੋ ਇੰਨੀਆਂ ਬੇਨਤੀਆਂ, ਇੰਨੇ ਵਿਚਾਰ ਕਰਦੇ ਹੋਏ ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ ਸੰਗਤ ਦੇ ਸਤਿਗੁਰੂ ਬਖਸ਼ਣ ਯੋਗ ਨੇ ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ
ਖਾਲਸਾ, ਵਾਹਿਗੁਰੂ